मेरा गुण अवगन न विचारहु कोई। माटी का क्या तोपै स्वामी, मानस की गत एही। माटी का क्या तोपै स्वामी, मानस की गत एही। वाहिगुरु साहिब जी। मानव इंद्र गजेंद्र नराधप, जौन त्रिलोक को राज करेंगे। कोटि स्नान गजादिक दान, अनेक सुअंबर साज बरेंगे। ब्रह्म महेश्वर बिशन सचीपत, अंत फसे जम फास परेंगे। जे नर श्रीपत के प्रस हैं पग, ते नर फेर न देह तरेंगे। जे नर श्रीपत के प्रस हैं पग, ते नर फेर न देह तरेंगे। वाहिगुरु जी का खालसा, वाहिगुरु जी की फतेह। छतर चबर तख्त दे मालिक साहिब सतगुरां दी पावन पवित्र हजूरी विच जुड़ बैठे सत संगी जनों, वडभागे हो जो सतगुरां दी पावन गोद दा आनंद मान रहे हो ते जुड़ बैठे हो इस वेले लड़ीवार चल रही तव प्रसाद सवैयां दी कथा विचार श्रवण करन दे लई। गुरु गोबिंद सिंह साहिब सतगुरां दी उचारण कीती ए बाणी। इस बाणी का अज 8वां सवैया आप जी ने हुणे श्रवण किया है। इस सवैये दे अंदर मेरे सच्चे पातशाह सतगुरां ने की रहमतां कीतियां, की समझाया, ये विचारण का अज आपां यतन करना है। सो आप जी ने कृपा करनी, विचारां दी आरंभता तो पहला अपनियां मनोवृत्तियां नूं करो एकागर, रसना नूं करो पवित्र, दास नूं बख्शो असीस रूपी आग्या। करो गुरफतेह दी सांझ। वाहिगुरु जी का खालसा, वाहिगुरु जी की फतेह। अज दा ये पावन सवैया, इस सवैये दे अंदर पहला मेरे पातशाह ने उन्हां वड्डे वड्डे लोकां दा जिक्र किया, या मैं शब्द वरतां कि उन्हां वड्डे वड्डे देवी देवतियां दा, पीर पैगंबर औलियां दा जिक्र कर दिता, जिन्हां नूं लोकां ने आख्या कि एक जन्म देन वाला है, एक पालन वाला है, एक मौत देन वाला। जिन्हां दे बारे ये लिख दिता गया कि कोई स्वर्ग दा राजा है, कोई धरती दा राजा है। पर इन्हां सारियां दा जिक्र करके मेरे पातशाह ने एक बचन बड़े कमाल दा आख्या है। कहंदे भाई
ਚਾਹੇ ਇਹ ਵੱਡੇ ਵੱਡੇ ਰਾਜੇ ਹੋਣ, ਦੇਵਤੇ ਹੋਣ, ਭਾਵੇਂ ਉਹ ਇਨਸਾਨ ਜਿਹੜੇ ਤੀਰਥਾਂ 'ਤੇ ਇਸ਼ਨਾਨ ਪਏ ਕਰਦੇ ਨੇ, ਇੱਕ ਵਾਰ ਨਹੀਂ, 2 ਵਾਰ ਨਹੀਂ, ਹਜ਼ਾਰਾਂ ਲੱਖਾਂ ਨਹੀਂ, ਕਰੋੜਾਂ ਵਾਰ ਇਸ਼ਨਾਨ ਕਰਦੇ ਹਨ। ਇੱਥੋਂ ਤੱਕ ਪਾਤਸ਼ਾਹ ਨੇ ਆਖਿਆ ਸੀਮਤ ਨਹੀਂ, ਇਸ਼ਨਾਨ ਕਰਕੇ ਉੱਥੇ ਹਾਥੀ ਵੀ ਦਾਨ ਪਏ ਕਰਦੇ ਨੇ, ਇਹੋ ਜਿਹੇ ਲੋਕ। ਪਰ ਬੜੇ ਕਮਾਲ ਦੇ ਬਚਨ ਅੱਜ ਕਹੇ। ਕਹਿੰਦੇ ਇੱਕ ਗੱਲ ਸਮਝ ਲਓ, ਇਹਨੇ ਵੱਡੇ ਵੱਡੇ ਦੇਵੀ ਦੇਵਤੇ, ਰਾਜੇ, ਤੀਰਥ ਇਸ਼ਨਾਨ ਕਰਕੇ ਹਾਥੀ ਦਾਨ ਕਰਨ ਵਾਲੇ ਵੀ ਅੰਤ ਨੂੰ ਸਾਰੇ ਜਮ ਦੀ ਫਾਹੀ ਉਹਨਾਂ ਦੇ ਗਲ ਵਿੱਚ ਪੈ ਜਾਏਗੀ। ਅੰਤ ਨੂੰ ਸਾਰੇ ਜਮਾਂ ਦੇ ਵਸ ਪੈ ਜਾਣਗੇ, ਕਿਸੇ ਨੇ ਬਚਣਾ ਨਹੀਂ, ਕਿਸੇ ਨੇ ਮੌਤ ਤੋਂ ਕਿਸੇ ਦਾ ਬਚਾਅ ਨਹੀਂ ਹੋਏਗਾ। ਇਹ ਸੱਚਾਈ ਹੈ। ਪਹਿਲਾਂ ਮੇਰੇ ਪਾਤਸ਼ਾਹ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹਨਾਂ ਵਿੱਚੋਂ ਕੋਈ ਬਚੇਗਾ ਨਹੀਂ, ਸਭ ਨੂੰ ਮੌਤ ਆ ਕੇ ਲੈ ਜਾਏਗੀ। ਪਰ ਅਖੀਰਲੀ ਪੰਕਤੀ ਦੇ ਅੰਦਰ ਬੜਾ ਬਖੂਬੀ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਜਿਹੜੇ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਣਗੇ, ਉਸ ਪਰਮਾਤਮਾ ਦੇ ਬਣ ਜਾਣਗੇ, ਉਹ ਫਿਰ ਕਦੇ ਵੀ ਦੇ ਨਹੀਂ ਧਾਰਨਗੇ, ਉਹ ਕਦੇ ਦੇ ਨਹੀਂ ਧਾਰਨਗੇ। ਫਿਰ ਉਹ ਸਦਾ ਦੇ ਵਾਸਤੇ ਮੁਕਤ ਹੋ ਜਾਣਗੇ, ਪਰਮਾਤਮਾ ਦੇ ਵਿੱਚ ਉਹਨਾਂ ਦਾ ਮਿਲਾਪ ਹੋ ਜਾਏਗਾ। ਹੁਣ ਇੱਕ ਗੱਲ ਸਮਝੀਏ, ਸਭ ਤੋਂ ਪਹਿਲੀ ਗੱਲ ਮੇਰੇ ਪਾਤਸ਼ਾਹ ਨੇ ਆਖਿਆ ਕਿ ਮੌਤ ਸਭ ਨੂੰ ਆਏਗੀ, ਸਾਰੇ ਜਮਾਂ ਦੇ ਵਸ ਪੈਣਗੇ। ਜਮ ਦੀ ਫਾਹੀ ਸਾਰਿਆਂ ਦੇ ਗਲ ਵਿੱਚ ਇੱਕ ਨਾ ਇੱਕ ਦਿਨ ਪੈਣੀ ਹੀ ਪੈਣੀ ਹੈ। ਇਹ ਵਹਿਮ ਸਾਡੇ ਅੰਦਰ ਨਾ ਰਵੇ ਕਿ ਬਾਕੀ ਚਲੇ ਗਏ ਤੇ ਸ਼ਾਇਦ ਅਸੀਂ ਨਹੀਂ ਜਾਵਾਂਗੇ, ਕਿ ਬਾਕੀ ਚਲੇ ਗਏ ਤੇ ਸ਼ਾਇਦ ਅਸੀਂ ਬਚ ਜਾਵਾਂਗੇ। ਮੇਰੇ ਪਾਤਸ਼ਾਹ ਨੇ ਆਖਿਆ ਨਹੀਂ, ਇੱਥੇ ਬਾਰੇ ਬੂਢੇ ਤਰੁਣੇ ਭਈਆ ਸਭੂ ਜੰਮ ਲੈ ਜਈ ਹੈ ਰੇ। ਮੌਤ ਇਹ ਨਹੀਂ ਵੇਖਦੀ ਕਿ ਇਹ ਅਜੇ ਬਚਪਨ ਵਿੱਚ ਹੈ। ਮੇਰੇ ਪਾਤਸ਼ਾਹ ਨੇ ਆਖਿਆ ਮੌਤ ਇਹ ਕਦੇ ਵੀ ਨਹੀਂ ਵੇਖਦੀ ਕਿ ਇਹ ਜਵਾਨੀ ਵਿੱਚ ਹੈ, ਇਹ ਬਚਪਨ ਵਿੱਚ, ਇਹਨੂੰ ਬਚਪਨ ਭੋਗ ਲੈਣ ਦੀਏ, ਜਵਾਨੀ ਵੇਖ ਲੈਣ ਦੀਏ। ਕਹਿੰਦੇ ਨਹੀਂ, ਨਾ ਉਸ ਜੰਮ ਨੇ, ਮੌਤ ਨੇ ਬਚਪਨ ਵੇਖਣਾ ਹੈ, ਨਾ ਜਵਾਨੀ ਤੇ ਨਾ ਬੁਢੇਪਾ। ਉਹਨੇ ਬੱਚੇ ਨੂੰ ਵੀ ਲੈ ਜਾਣਾ ਹੈ, ਜਵਾਨ ਨੂੰ ਵੀ ਤੇ ਬੁੱਢੇ ਨੂੰ ਵੀ ਲੈ ਜਾਣਾ ਹੈ। ਬਾਰੇ ਬੂਢੇ ਤਰੁਣੇ ਭਈਆ ਸਭੂ ਜੰਮ ਲੈ ਜਈ ਹੈ ਰੇ। ਸਭ ਨੂੰ ਜੰਮ ਲੈ ਜਾਏਗਾ, ਛੱਡੇਗਾ ਨਹੀਂ ਕਿਸੇ ਨੂੰ, ਭਾਵੇਂ ਉਹ ਕੋਈ ਵੀ ਹੈ। ਵੇਖੋ, ਜਿਸ ਵੇਲੇ ਬਾਣੀ ਦੇ ਅੰਦਰਲੇ ਬਚਨ ਪੜ੍ਹਦੇ ਆ ਨਾ, ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਬੋਲ, ਉਹਨਾਂ ਨੇ ਆਖਿਆ ਕਿ ਇਨਸਾਨ ਨੂੰ ਇਹ ਇੱਕ ਭਰਮ ਹੈ, ਇਹ ਭਰਮ ਉਹਨੂੰ ਲਾਇਆ ਵੀ ਪਰਮਾਤਮਾ ਨੇ ਆ, ਰੱਬ ਨੇ ਹੈ। ਇਹ ਭਰਮ ਜਿਹੜਾ ਹੈ ਨਾ ਸਾਡੇ ਮਨ ਦੇ ਅੰਦਰ ਸਾਰਿਆਂ ਦੇ ਬਣਿਆ ਹੈ, ਇਹ ਪਰਮਾਤਮਾ ਨੇ ਭਰਮ ਲਾਇਆ ਹੈ ਸਾਡੇ ਅੰਦਰ। ਭਰਮ ਕੀ ਹੈ? ਕਬੀਰ ਸਾਹਿਬ ਦਾ ਇਹ ਸ਼ਬਦ ਹੈ, ਉਹਨਾਂ ਆਖਿਆ, ਇਹ ਰਹਾਉ ਦਾ ਬੰਦ ਪਹਿਲਾਂ ਕਹਿ ਕੇ ਮੈਂ ਥੋੜ੍ਹੀ ਜਿਹੀ ਦੀ ਵਿਚਾਰ ਕਰਨੀ ਹੈ ਇੱਕੋ ਬੰਦ ਦੀ। ਕਬੀਰ ਸਾਹਿਬ ਨੇ ਆਖਿਆ, ਪਰਮਾਤਮਾ ਨੂੰ ਕਿਹਾ, ਪਰਮਾਤਮਾ ਐਸਾ ਤੈਂ ਜਗ ਭਰਮ ਲਾਇਆ। ਇਹ ਭਰਮ ਇਹ ਆ ਕਿ ਸ਼ਾਇਦ ਸਾਡੀ ਮੌਤ ਨਹੀਂ ਹੋਣੀ। ਐਸਾ ਤੈਂ, ਤੈਂ ਦਾ ਭਾਵ ਹੈ ਤੂੰ, ਵਾਹਿਗੁਰੂ, ਐ ਪਰਮਾਤਮਾ, ਐ ਰੱਬ ਜੀ, ਇਹੋ ਜਿਹਾ ਤੁਸੀਂ ਜੀਵਾਂ ਦੇ ਅੰਦਰ ਭਰਮ ਪੈਦਾ ਕਰ ਦਿੱਤਾ। ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਕਿਵੇਂ ਬੁੱਝਣੇਗਾ ਇਨਸਾਨ? ਇਨਸਾਨ ਨੂੰ ਕਿਵੇਂ ਸਮਝ ਆਏਗੀ? ਇਹ ਤੇ ਮਾਇਆ ਦੇ ਰੰਗ ਵਿੱਚ ਮੋਹਿਆ ਗਿਆ ਨਾ, ਚਾਰੇ ਪਾਸੇ ਮਾਇਆ ਨੇ ਆਪਣੇ ਕਲਾਵੇ ਵਿੱਚ ਲੈ ਲਿਆ, ਰੱਬ ਭੁੱਲ ਗਿਆ, ਮੌਤ ਵੀ ਭੁੱਲ ਗਈ। ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਇੱਥੇ ਕਬੀਰ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਹੈ। ਅਸੀਂ ਮਾਇਆ ਦੇ ਪ੍ਰਭਾਵ ਵਿੱਚ ਕਿਵੇਂ ਗਰਸੇ ਗਏ ਤੇ ਮੌਤ ਕਿਵੇਂ ਭੁੱਲ ਗਈ। ਅਸੀਂ ਉਲਟਾ ਸੋਚ ਰਹੇ ਹਾਂ, ਪੁੱਠਾ ਕਿਵੇਂ? ਕਬੀਰ ਸਾਹਿਬ ਨੇ ਪਹਿਲੀ ਉਦਾਹਰਨ ਦਿੱਤੀ।
ਕਹਿੰਦੇ ਇੱਕ ਘਰ ਦੇ ਅੰਦਰ ਪੁੱਤਰ ਦਾ ਜਨਮ ਹੋਇਆ, ਬੱਚੇ ਦਾ ਜਨਮ ਹੋਇਆ। ਹੁਣ ਮਾਂ ਬੜੀ ਖੁਸ਼ ਹੈ, ਸਭ ਤੋਂ ਵੱਧ ਖੁਸ਼ ਮਾਂ ਹੁੰਦੀ ਹੈ। ਮਾਂ ਦੇ ਮਨ ਦੇ ਅੰਦਰ ਬੜਾ ਚਾਅ ਹੈ, ਬੜੇ ਲਾਡ ਲਡਾਉਂਦੀ ਆਪਣੇ ਪੁੱਤਰ ਨੂੰ, ਮੇਰਾ ਮੇਰਾ ਕਹਿੰਦੀ ਹੈ। ਹੁਣ ਕਬੀਰ ਸਾਹਿਬ ਨੇ ਆਖਿਆ ਉਹ ਬੱਚਾ ਜਿਹੜਾ ਪਹਿਲਾਂ ਮਾਂ ਦੀ ਗੋਦ ਵਿੱਚ ਸੀ, ਹੌਲੀ ਹੌਲੀ ਜ਼ਮੀਨ 'ਤੇ ਉਹਨੇ ਬੈਠਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਹ ਬੱਚਾ ਜਿਹੜਾ ਹੈ ਨਾ, ਉਹ ਕਿਸੇ ਮੰਜੇ ਦਾ, ਕਿਸੇ ਚੀਜ਼ ਦਾ ਆਸਰਾ ਲੈ ਕੇ ਖੜਾ ਹੋਣ ਲੱਗ ਪਿਆ। ਉਸੇ ਮੰਜੇ ਦੇ ਆਸਰੇ ਨਾਲ ਤੁਰਨ ਵੀ, ਉਹ ਮੰਜੇ ਨੂੰ ਫੜ ਕੇ ਤੁਰਨ ਵੀ ਲੱਗ ਪਿਆ। ਤੇ ਮਾਂ ਪਤਾ ਕੀ ਸੋਚਦੀ ਹੈ? ਮਾਂ ਖੁਸ਼ ਹੋ ਰਹੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ। ਉਲਟ ਕਿਵੇਂ ਆ? ਮਾਇਆ ਦਾ ਪ੍ਰਭਾਵ ਹੈ ਕੀ? ਮੈਂ ਦੱਸ ਦਿਆਂ, ਮਾਇਆ ਪੈਸਾ ਨਹੀਂ ਹੈ। ਗੁਰੂ ਸਾਹਿਬ ਨੇ ਉਸ ਹਰ ਇੱਕ ਚੀਜ਼ ਨੂੰ ਮਾਇਆ ਆਖਿਆ ਜਿਹੜੀ ਰੱਬ ਤੋਂ ਤੋੜ ਰਹੀ ਹੈ ਸਾਨੂੰ। ਚਾਹੇ ਉਹ ਧੀਆਂ ਪੁੱਤਰ ਨੇ, ਕੰਮਕਾਰ ਹੈ, ਘਰ-ਬਾਰ ਹੈ, ਕੁਝ ਵੀ ਹੈ, ਪਰਿਵਾਰ ਵੀ, ਜਿਹੜਾ ਰੱਬ ਨਾਲੋਂ ਤੋੜ ਰਿਹਾ ਹੈ ਉਹ ਮਾਇਆ ਹੈ। ਮਾਇਆ ਦਾ ਭਰਮ ਕਿਵੇਂ ਹੈ? ਉਲਟਾ ਕਿਸ ਤਰ੍ਹਾਂ ਅਸੀਂ ਸੋਚਦੇ ਹਾਂ? ਸਾਡੀ ਸਮਝ ਪੁੱਠੀ ਕਿਵੇਂ ਹੋ ਗਈ? ਕਬੀਰ ਸਾਹਿਬ ਨੇ ਆਖਿਆ ਉਹ ਬੱਚਾ ਤੁਰਨ ਫਿਰਨ ਲੱਗਾ ਤੇ ਮਾਂ ਬੜੀ ਖੁਸ਼ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ। ਪਤਾ ਕੀ ਉਹਨਾਂ ਆਖਿਆ? ਕਹਿੰਦੇ ਇੱਕ ਪਾਸੇ ਮਾਂ ਖੁਸ਼ ਹੈ, ਇੱਕ ਪਾਸੇ ਧਰਮਰਾਜ ਖੁਸ਼ ਹੋ ਰਿਹਾ ਹੈ। ਮਾਂ ਵੀ ਖੁਸ਼ ਹੋ ਰਹੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਧਰਮ ਦੇ ਨਜ਼ਰੀਏ ਨਾਲ ਇੱਥੇ ਮਾਂ ਨੂੰ ਖੁਸ਼ ਨਹੀਂ ਹੋਣਾ ਚਾਹੀਦਾ, ਇੱਥੇ ਧਰਮਰਾਜ ਨੂੰ ਹੀ ਖੁਸ਼ ਹੋਣਾ ਚਾਹੀਦਾ ਹੈ। ਪਤਾ ਕਿਉਂ? ਮਾਂ ਸਮਝਦੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਧਰਮਰਾਜ ਸਮਝ ਰਿਹਾ ਹੈ ਇਹ ਵੱਡਾ ਨਹੀਂ ਹੋ ਰਿਹਾ, ਇੱਕ ਇੱਕ ਦਿਨ ਕਰਕੇ ਇਹਦੀ ਉਮਰ ਤੇ ਘਟਦੀ ਜਾ ਰਹੀ ਹੈ ਤੇ ਮੇਰੇ ਵੱਲ ਆਉਂਦਾ ਜਾ ਰਿਹਾ ਹੈ। ਮਾਇਆ ਕੀ ਹੈ? ਮਾਇਆ ਉਲਟ ਸੋਚਣ ਤੇ ਮਜਬੂਰ ਕਰਦੀ ਹੈ ਸਾਨੂੰ, ਪਰ ਹੁੰਦਾ ਉਸ ਤੋਂ ਵੱਖਰਾ ਹੈ। ਇਹ ਉਹੀ ਹੈ ਕਿ ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਇਹ ਸ਼ੁਰੂਆਤ ਇਸ ਸ਼ਬਦ ਦੀ ਕਬੀਰ ਸਾਹਿਬ ਨੇ ਆਖਿਆ ਜਨਨੀ, ਜਨਨ ਵਾਲੀ ਮਾਂ, ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਮਾਂ ਸਮਝਦੀ ਏ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨ ਜਾਣੈ। ਉਹ ਇੰਨਾ ਨਹੀਂ ਸਮਝਦੀ, ਇੰਨਾ ਨਹੀਂ ਜਾਣਦੀ ਕਿ ਦਿਨ ਦਿਨ ਆਉਦ ਘਟਤ ਹੈ। ਦਿਨ ਦਿਨ ਕਰਕੇ ਇਹ ਵੱਡਾ ਨਹੀਂ ਹੋ ਰਿਹਾ, ਦਿਨ ਦਿਨ ਕਰਕੇ ਇਹਦੀ ਉਮਰ ਜਿਹੜੀ ਉਹ ਘਟਦੀ ਜਾ ਰਹੀ ਹੈ। ਇਤਨਾ ਕੁ ਨ ਜਾਣੈ ਕਿ ਦਿਨ ਦਿਨ ਆਉਦ ਘਟਤ ਹੈ। ਕਹਿੰਦੇ ਮੋਰ ਮੋਰ ਕਰ, ਮਾਂ ਮੇਰਾ ਮੇਰਾ ਕਰਦੀ ਹੈ ਪੁੱਤਰ ਨੂੰ। ਅਧਿਕ ਲਾਡ ਧਰ, ਬੜੇ ਲਾਡ ਲਡਾਉਂਦੀ ਆਪਣੇ ਪੁੱਤਰ ਦੇ ਨਾਲ। ਮੋਰ ਮੋਰ ਕਰ ਅਧਿਕ ਲਾਡ ਧਰ, ਕਹਿੰਦੇ ਪੇਖਤ ਹੀ ਜਮਰਾਓ ਹਸੈ। ਕੀ ਹੁੰਦਾ ਹੈ? ਇੱਧਰ ਮਾਂ ਖੁਸ਼ ਹੋ ਰਹੀ ਹੈ, ਉੱਧਰ ਯਮਰਾਜ ਖੁਸ਼ ਹੋ ਰਿਹਾ ਹੈ। ਮਾਂ ਖੁਸ਼ ਹੋ ਰਹੀ ਹੈ ਪੁੱਤਰ ਵੱਡਾ ਹੋ ਰਿਹਾ ਹੈ, ਤੇ ਯਮਰਾਜ ਖੁਸ਼ ਹੋ ਰਿਹਾ ਹੈ ਵੱਡਾ ਨਹੀਂ ਹੋ ਰਿਹਾ ਹੈ, ਤੇ ਉਮਰ ਘਟਦੀ ਜਾ ਰਹੀ ਹੈ, ਮੇਰੇ ਵੱਲ ਆ ਰਿਹਾ ਹੈ। ਮੌਤ ਆਉਣੀ ਹੈ ਸਭ ਨੂੰ। ਅਸੀਂ ਭਰਮ ਵਿੱਚ ਪੈ ਗਏ, ਅਸੀਂ ਇਸ ਵਹਿਮ ਦੇ ਅੰਦਰ ਪੈ ਗਏ ਕਿ ਸ਼ਾਇਦ ਸਾਨੂੰ ਮੌਤ ਜਿਹੜੀ ਉਹ ਨਹੀਂ ਆਉਣੀ। ਸਮਾਂ ਬੜੀ ਛੇਤੀ ਨਿਕਲਦਾ ਜਾ ਰਿਹਾ ਹੈ। ਉਦਾਹਰਨਾਂ ਬੜੀਆਂ ਨੇ ਮੌਤ ਦੇ ਪਰਥਾਏ, ਮੌਤ ਦੇ ਸੰਬੰਧ ਦੇ ਅੰਦਰ। ਮੈਂ ਦੋ ਪੱਖ ਲੈ ਕੇ ਚੱਲ ਰਿਹਾ। ਪਹਿਲਾ ਪੱਖ ਜਿੱਥੇ ਗੁਰੂ ਸਾਹਿਬ ਨੇ ਆਖਿਆ ਭਾਈ ਮੌਤ ਸਭ ਨੂੰ ਆਏਗੀ, ਸਭ, A to Z, ਕੋਈ ਨਹੀਂ ਬਚੇਗਾ। ਜਾਂ ਕਿਸੇ ਦੇ ਮਨ ਦੇ ਅੰਦਰ ਇਹ ਭਰਮ ਹੈ ਕਿ ਮੈਂ ਸ਼ਾਇਦ ਥੋੜ੍ਹੀ ਦੇਰ ਨਾਲ, ਮੈਨੂੰ ਮੌਤ ਥੋੜ੍ਹੀ ਜਿਹੀ ਲੇਟ ਆਏਗੀ। ਨਹੀਂ, ਗੁਰੂ ਸਾਹਿਬ ਨੇ ਆਖਿਆ ਇਹ ਗੱਲ ਨਹੀਂ ਹੈ, ਕਿਉਂਕਿ ਸੰਬਤ ਸਾਹਾ ਲਿਖਿਆ, ਅਸੀਂ ਲਿਖਵਾ ਕੇ ਆਏ ਹਾਂ ਸਭ ਕੁਝ। ਮੌਤ ਦਾ ਦਿਨ ਉਸ ਪਰਮਾਤਮਾ ਤੋਂ ਨਿਸ਼ਚਿਤ ਕਰਵਾ ਕੇ ਇਸ ਧਰਤੀ ਤੇ ਅਸੀਂ ਆਏ ਹਾਂ, ਜਨਮ ਲਿਆ ਹੈ। ਤੇ ਜਿਹਨੇ ਜਨਮ ਲਿਆ ਹੈ, ਮੇਰੇ ਪਾਤਸ਼ਾਹ ਨੇ ਆਖਿਆ ਉਹਨੇ ਇੱਕ ਦਿਨ ਮਰਨਾ ਹੀ ਮਰਨਾ ਹੈ। ਜਿਹਨੇ ਜਨਮ ਲਿਆ ਹੈ ਨਾ, ਜੋ ਜਨਮ ਹੈ, ਜਿਹਨਾਂ ਜਨਮਿਆ, ਸਮਝ ਲਓ ਉਹਨੇ ਇੱਕ ਦਿਨ ਮਰਨਾ ਹੀ ਮਰਨਾ ਹੈ। ਤਾਂ ਹੀ ਮੇਰੇ ਪਾਤਸ਼ਾਹ ਨੇ, ਤੁਹਾਨੂੰ ਪਤਾ, ਬਾਣੀ ਵਿੱਚ ਜਨਮ ਨੂੰ ਵੀ ਦੁੱਖ ਕਿਹਾ ਹੈ। ਆ ਬਚਨ ਅਸੀਂ ਪੜ੍ਹਦੇ ਹਾਂ, ਸਾਨੂੰ ਸਭ ਨੂੰ ਯਾਦ ਨੇ। ਹੁਕਮਨਾਮਾ ਲੈਣ ਲੱਗਿਆਂ ਇਹ ਪੜ੍ਹਿਆ ਜਾਂਦਾ ਹੈ, ਪਰ ਇਹ ਗੁਰੂ ਅੰਗਦ ਪਾਤਸ਼ਾਹ ਜੀ ਦੀ ਉਸਤਤ ਦਾ ਸਲੋਕ ਹੈ। ਸੁਕਹੁ ਟਲ ਗੁਰ ਸੇਵੀਐ, ਐਹ ਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ। ਦੋਵਾਂ ਨੂੰ ਦੁੱਖ ਕਿਹਾ ਗੁਰੂ ਸਾਹਿਬ ਨੇ। ਜਨਮ ਵੀ ਦੁੱਖ ਹੈ
मौत भी दुख है ते गुरु के दर्शन परसन दे नाल दोवें दुखों का नाश हो जाता है। क्योंकि जन्म लिया परमात्मा तो विछड़ के आए दुख है, दुख ही है ना। भी बच्चा तां ही रोंदा है ना, जब हम आए जगत में जग हसै हम रोए। बच्चा रोंदा ही तां है कि परमात्मा तो विछड़िया, परमात्मा तो मेरा विछोड़ा पै गया। जन्म भी दुख है ते मौत भी दुख है। जन्म दुख है परमात्मा तो विछड़े दा, ते मौत माया जदों प्रभाव पाउंदी उदों मौत भी दुख लगदी है सानू। नहीं तो मौत दुख नहीं है, मौत दुख नहीं है। मौत ते परमात्मा नाल मिलाप है, मौत ते परमात्मा नाल एकमिक होना है। अज मेरे पातशाह ने जिहड़े बचन कहे ने ना, ये 8वां सवैया है। तो साहब सच्चे पातशाह जी ने आख्या, कहंदे मानव शब्द है मानव, मानव का भाव है इंसान बंदे। अगला शब्द है इंद्र। पर संप्रदाइयां ने जदों ये अर्थ किए ना, संप्रदाई टीका जदों पढ़ते हैं, वो कहंदे मानव ते इंद्र शब्द जिहड़ा इहनूं इकट्ठे पढ़ना है। उसका कारण की अगे जाके मैं दसांगा। कहंदे मानव ते इंद्र नूं इकट्ठा पढ़ना है। मानव इंद्र भाव मानवां दे इंद्र, मानवां दे मालक, इंसानां दे मालक कौन? जिहड़े राजे हन। मानव इंद्र इहदा भाव है राजे। फिर सुनियो, फिर समझियो, शब्द है मानव इंद्र। बनाए दो शब्द ने, पर पुरातन कई बीड़ां विच मानव इंद्र इकट्ठा पाठ भी है। संधि छेद तो बिना जो पढ़िया जाता है मानव इंद्र इकट्ठा भी पढ़ते हैं। मानवां दे इंसानां दे इंद्र भाव जिहड़े राजे हैं, इस धरती दे राजे। फिर मेरे पातशाह ने आख्या गजेंद्र, गज इंद्र, दो शब्दों का यह मेल है, गज ते इंद्र। गजेंद्र का भाव है, गज वैसे हाथी नूं कहा जाता है, हाथियों का राजा। वेखो, जे मानव इंद्र मानवां दा राजा, गजेंद्र हाथियों का राजा, बलवान हाथी, ताकतवर हाथी, सिरमौर हाथी, ऐरावत वर्गा सिरमौर हाथी आखते ने। मानव इंद्र गजेंद्र। फिर कहते नराधप। नराधप शब्द का अर्थ, शाब्दिक अर्थ भी राजा बनता है। इसका अर्थ भी राजा है, बादशाह है, वड्डा बादशाह। फिर मेरे साहिबां ने आख्या जौन त्रिलोक को राज करेंगे। जौन, जौन का अर्थ है जेड़े जां जो। त्रिलोक का अर्थ है तिन्ने लोक, कुल कायनात। त्रिलोकी, कुल कायनात, तिन्ने लोक। कई ये सीधे अर्थ भी कर जाते हैं, धरत आकाश ते पताल, तिन्ने जिहड़े लोक ने, वो भी कुल कायनात ही हो गई ना। धरती है साडी, ये उपर जो कुछ भी है तो ये थले भी जो कुछ है, पूरा ब्रह्मांड। कहंदे ओ मानव इंद्र गजेंद्र नराधप जेड़े जौन, जेड़े त्रिलोक को राज करेंगे, जेड़े त्रिलोकी ते राज कर रहे हन। वैसे कई विद्वाना ने आख्या ये फ्यूचर सेंटेंस है, करेंगे का भाव है जेड़े अगे करनगे। गल वो भी उत्थे ही है, वो जेड़े राज धरती ते कर रहे ने, कायनात ते कर रहे ने, जां जेड़े अगे राज करनगे। पहला सवई, पहली पंक्ति मानव, मानव इंद्र इंसानां दे राजे, गजेंद्र गज इंद्र हाथियां दा राजा ऐरावत वर्गा, नराधप वड्डे बादशाह जौन जेड़े त्रिलोकी ते राज करदे हन। फिर साहिबां ने आख्या कोट इशनान, वो लोग जेड़े तीर्थां ते करोड़ां वार जाके ते करोड़ां ही इशनान कर रहे हैं। ये नहीं कि जे कोई बादशाह है, कोई वड्डा हाथी है, कोई तिन्ना लोकां ते राज करन वाला है, वो मौत तो बच जाएगा, नहीं। यही जिक्र है। कोट इशनान जेड़े तीर्थां ते जाके करोड़ां इशनान करते हैं, तो सिर्फ इथों तक नहीं, कहते गजादिक दान, गजादिक दान, गज आदिक हाथी आद, गज
ਆਦਿਕ ਗਜਾਦਿਕ, ਜਿਹੜੇ ਹਾਥੀ ਆਦ ਇਹਨਾਂ ਨੂੰ ਤੀਰਥਾਂ 'ਤੇ ਇਸ਼ਨਾਨ ਵੀ ਕਰਦੇ ਨੇ ਕਰੋੜਾਂ ਵਾਰ, ਅਤੇ ਕਰੋੜਾਂ ਵਾਰ ਹੀ ਇਸ਼ਨਾਨ ਕਰਨ ਦੇ ਨਾਲ ਨਾਲ ਹਾਥੀ ਆਦ ਦਾਨ ਵੀ ਕਰ ਦਿੰਦੇ ਹਨ। ਇੱਕ ਦੋ ਵਾਰ ਨਹੀਂ, ਕਰੋੜਾਂ ਵਾਰ ਹੀ। ਕੋਟ ਇਸ਼ਨਾਨ ਗਜਾਦਿਕ ਦਾਨ, ਕਹਿੰਦੇ ਅਨੇਕ ਸਵੰਬਰ ਸਾਜ ਬਰੈਂਗੇ। ਜਿਹੜੇ ਸਵੰਬਰ, ਪਹਿਲਾਂ ਰਾਜਾ ਆਪਣੀ ਲੜਕੀ ਨੂੰ ਵਿਆਹੁਣ ਦੇ ਵਾਸਤੇ ਸਵੰਬਰ ਰਚਦਾ ਸੀ, ਜਦੋਂ ਜਿਵੇਂ ਸੀਤਾ ਦੇ ਵਿਆਹ ਦੇ ਵਾਸਤੇ ਰਚਿਆ ਗਿਆ ਸੀ, ਬਿਲਕੁਲ ਉਸੇ ਤਰ੍ਹਾਂ ਦਾ। ਕਹਿੰਦੇ ਉਹ ਜਿਹੜੇ ਅਨੇਕ ਸਵੰਬਰ ਰਚਦੇ ਹਨ, ਉਹ ਅਨੇਕ ਸਵੰਬਰ ਸਾਜ, ਉਹ ਦੋ ਪਾਸਿਆਂ ਦਾ ਜ਼ਿਕਰ ਇੱਥੇ। ਇੱਕ ਉਹ ਨੇ ਜਿਹੜੇ ਅਨੇਕਾਂ ਸਵੰਬਰ ਰਚ ਰਹੇ ਹਨ, ਅਤੇ ਦੂਜੇ ਉਹ ਹਨ ਬਰੈਂਗੇ, ਜਿਹੜੇ ਬੜੇ ਵੱਡੇ ਵੱਡੇ ਮਹਾਬਲੀ ਆਉਂਦੇ ਨੇ ਉਹਨਾਂ ਸਵੰਬਰਾਂ ਦੇ ਅੰਦਰ, ਅਤੇ ਉਹਨਾਂ ਔਰਤਾਂ ਨੂੰ ਵਰ ਕੇ ਲੈ ਜਾਂਦੇ ਨੇ, ਵਿਆਹ ਕੇ ਜਿੱਤ ਕੇ ਲੈ ਜਾਂਦੇ ਨੇ। ਅਸਲ 'ਚ ਉੱਥੇ ਵਿਆਹੁਣਾ ਨਹੀਂ ਹੁੰਦਾ ਸੀ, ਉੱਥੇ ਜਿੱਤਣਾ ਹੀ ਹੁੰਦਾ ਸੀ। ਵੀ ਜਿਹੜਾ ਇਹ ਧਨੁੱਖ ਚੱਕੇਗਾ ਉਹੀ ਆਖਦੇ ਨੇ ਵੀ ਇਹਦੇ ਨਾਲ ਵਿਆਹ ਕਰਾਏਗਾ। ਉੱਥੇ ਜਿੱਤ ਹੀ ਹੋਈ, ਉੱਥੇ ਫਿਰ ਵਿਆਹੁਣਾ ਥੋੜ੍ਹੀ ਸੀ। ਉਹ ਪਾਤਸ਼ਾਹ ਨੇ ਆਖਿਆ ਉਹ ਲੋਕ ਜਿਹੜੇ ਕਰੋੜਾਂ ਇਸ਼ਨਾਨ ਕਰਦੇ ਹਨ, ਹਾਥੀ ਆਦਿ ਉੱਥੇ ਦਾਨ ਵੀ ਕਰਦੇ ਨੇ, ਜਿਹੜੇ ਅਨੇਕਾਂ ਸਵੰਬਰ ਰਚ ਰਹੇ ਨੇ, ਅਤੇ ਦੂਜੇ ਜਿਹੜੇ ਰਾਜੇ ਉਹਨਾਂ ਸਵੰਬਰਾਂ 'ਚ ਆ ਕੇ ਜਿੱਤਦੇ ਪਏ ਨੇ, ਵਰ ਕੇ ਵਿਆਹ ਕੇ ਲੈ ਕੇ ਜਾ ਰਹੇ ਨੇ। ਬਰੈਂਗੇ ਵਰੇਂਗੇ, ਵਿਆਹੁਣਾ, ਵਿਆਹ ਕੇ ਲੈ ਜਾਣਾ। ਫਿਰ ਕਹਿੰਦੇ ਬ੍ਰਹਮ। ਹੁਣ ਧਿਆਨ ਨਾਲ ਸੁਣਿਓ, ਇੱਥੇ ਪਹਿਲਾਂ ਉੱਪਰਲਿਆਂ ਦਾ ਜ਼ਿਕਰ ਆਇਆ, ਫਿਰ ਕਹਿੰਦੇ ਬ੍ਰਹਮਾ। ਫਿਰ ਕਹਿੰਦੇ ਮਹੇਸ਼ਰ, ਸ਼ਿਵ ਜੀ। ਪਹਿਲੇ ਬ੍ਰਹਮਾ, ਫਿਰ ਮਹੇਸ਼ਰ, ਫਿਰ ਵਿਸ਼ਨੂੰ। ਬ੍ਰਹਮਾ ਪੈਦਾ ਕਰਨ ਵਾਲਾ, ਮਹੇਸ਼ ਸ਼ਿਵ ਮੌਤ ਦੇਣ ਵਾਲਾ, ਅਤੇ ਵਿਸ਼ਨੂੰ ਪਾਲਣ ਵਾਲਾ। ਤਿੰਨੇ ਆ ਗਏ ਨਾ। ਕਹਿੰਦੇ ਬ੍ਰਹਮ ਮਹੇਸ਼ ਵਿਸ਼ਨ ਸਚੀ ਪਤ। ਇਹ ਦੋ ਅੱਖਰ ਨੇ, ਵੀ ਸਚੀ ਵੱਖਰਾ ਹੈ ਅਤੇ ਪਤ ਵੱਖਰਾ ਹੈ। ਪਹਿਲੇ ਇੰਦਰ ਦੇ ਅਰਥ ਇੰਦਰ ਕਿਉਂ ਨਹੀਂ ਕੀਤੇ ਜਾਂਦੇ? ਕਿਉਂਕਿ ਇੰਦਰ ਦਾ ਜ਼ਿਕਰ ਇੱਥੇ ਆ ਗਿਆ ਜੀ। ਹੁਣ ਪਹਿਲਾਂ ਮਾਨਵਿੰਦਰ, ਮਾਨਵਾਂ ਦੇ ਰਾਜੇ। ਹੁਣ ਇੱਥੇ ਹੈ ਬ੍ਰਹਮਾ ਵਿਸ਼ਨ ਮਹੇਸ਼ ਅਤੇ ਸਚੀ ਪਤ। ਸਚੀ ਔਰਤ ਦਾ ਨਾਮ ਹੈ, ਇੱਕ ਅਪਸਰਾ ਦਾ ਨਾਮ ਹੈ ਸਚੀ, ਅਤੇ ਸਚੀ ਦਾ ਜਿਹੜਾ ਪਤੀ ਹੈ ਉਹ ਹੈ ਇੰਦਰ। ਸਚੀ ਪਤ। ਕਿੰਨੇ ਕਮਾਲ ਦੇ ਸ਼ਬਦ ਗੁਰੂ ਸਾਹਿਬ ਨੇ ਵਰਤੇ ਨੇ, ਗੁਰੂ ਗੋਬਿੰਦ ਸਿੰਘ ਜੀ ਨੇ। ਕਹਿੰਦੇ ਭਾਵੇਂ ਬ੍ਰਹਮਾ ਹੈ, ਭਾਵੇਂ ਵਿਸ਼ਨ ਹੈ, ਭਾਵੇਂ ਮਹੇਸ਼ ਹੈ, ਭਾਵੇਂ ਸਚੀ ਪਤ ਇੰਦਰ ਹੈ, ਤੇ ਪਤਾ ਕੀ ਕਿਹਾ? ਕਹਿੰਦੇ ਅੰਤ ਫਸੇ ਜਮ ਫਾਸ ਪਰੈਂਗੇ। ਅੰਤ ਨੂੰ ਇਹਨਾਂ ਸਾਰਿਆਂ ਦੇ ਗਲ ਵਿੱਚ ਜਮਾਂ ਦੀ ਫਾਹੀ ਪਏਗੀ ਹੀ ਪਏਗੀ। ਕਿੰਨੀ ਕਮਾਲ ਕਰ ਦਿੱਤੀ। ਕਹਿੰਦੇ ਮਾਨਵ ਇੰਦਰ, ਭਾਵੇਂ ਮਾਨਵਾਂ ਦੇ ਰਾਜੇ, ਭਾਵੇਂ ਗੱਜ ਇੰਦਰ ਨੇ, ਭਾਵੇਂ ਨਰਾਧਪ ਨੇ, ਜਿਹੜੇ ਤਿੰਨਾਂ ਲੋਕਾਂ 'ਤੇ ਰਾਜ ਕਰ ਰਹੇ ਨੇ, ਭਾਵੇਂ ਕਰੋੜਾਂ ਇਸ਼ਨਾਨ ਕਰਕੇ ਹਾਥੀ ਦਾਨ ਕਰਨ ਵਾਲੇ, ਅਨੇਕਾਂ ਸਵੰਬਰ ਰਚਣ ਵਾਲੇ, ਉਹਨਾਂ ਸਵੰਬਰਾਂ ਦੇ ਅੰਦਰ ਆ ਕੇ ਵਰ ਕੇ ਲੈ ਜਾਣ ਵਾਲੇ, ਭਾਵੇਂ ਬ੍ਰਹਮਾ ਹੈ, ਵਿਸ਼ਨ ਹੈ, ਮਹੇਸ਼ ਹੈ, ਭਾਵੇਂ ਇੰਦਰ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਇਹ ਨਾ ਸਮਝ ਲਿਓ ਕਿ ਏਡੇ ਵੱਡੇ ਵੱਡੇ ਜਿਹੜੇ ਉਹ ਮੌਤ ਤੋਂ ਬਚ ਜਾਣਗੇ, ਨਹੀਂ। ਅੰਤ ਫਸੇ ਜਮ ਫਾਸ ਪਰੈਂਗੇ। ਅੰਤ ਨੂੰ ਇਹਨਾਂ ਸਾਰਿਆਂ ਨੂੰ ਜਮ ਦੀ ਫਾਹੀ ਜਿਹੜੀ ਪਏਗੀ ਹੀ ਪਏਗੀ। ਤੇ ਮੇਰੇ ਪਾਤਸ਼ਾਹ ਨੇ ਅਖੀਰ ਤੇ ਆਖਿਆ ਪਰ ਇੱਕ ਗੱਲ ਸਮਝ ਲਓ, ਜੇ ਨਰ, ਜਿਹੜੇ ਇਨਸਾਨ, ਜਿਹੜੇ ਲੋਕ ਸ਼੍ਰੀ ਪਤ, ਸ਼੍ਰੀ ਲక్ష్ਮੀ ਪਤ, ਲక్ష్ਮੀ ਦਾ ਪਤੀ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ, ਜੇ ਨਰ ਸ਼੍ਰੀਪਤ ਕੇ ਪ੍ਰਸ ਹੈ ਪੱਗ, ਇੱਥੇ ਵਿਸ਼ਰਾਮ ਹੈ। ਜਿਹੜੇ ਇਨਸਾਨ ਉਸ ਮਾਇਆ ਦੇ ਪਤੀ ਵਾਹਿਗੁਰੂ ਪਰਮਾਤਮਾ ਦੇ ਚਰਨ ਪਰਸਦੇ ਹਨ, ਪਕੜਦੇ ਹਨ, ਉਹਦੇ ਚਰਨਾਂ ਰੂਪੀ ਸ਼ਬਦ ਦਾ ਆਸਰਾ ਲੈਂਦੇ ਹਨ, ਬੰਦਗੀ ਕਰਦੇ ਹਨ, ਕਹਿੰਦੇ ਤੇ ਨਰ ਫੇਰ ਨਾ ਦੇਹ ਧਰੈਂਗੇ। ਉਹ ਜਿਹੜੇ ਇਨਸਾਨ ਨੇ ਨਾ, ਉਹ ਫਿਰ ਦੇਹ ਨਹੀਂ ਧਰਨਗੇ, ਉਹ ਦੁਬਾਰਾ ਜਨਮ ਨਹੀਂ ਲੈਣਗੇ, ਉਹਨਾਂ ਨੂੰ ਦੁਬਾਰਾ ਜਨਮ ਲੈਣਾ ਵੀ ਨਹੀਂ ਪਏਗਾ। ਵੇਖੋ ਸਮਝੋ ਇਸ ਗੱਲ ਨੂੰ। ਅੱਜ ਜਿਹੜਾ ਸਵਈਆ ਹੈ ਨਾ, ਮੇਰੇ ਸੱਚੇ ਬਾਦਸ਼ਾਹ ਨੇ ਆਖਿਆ ਭਾਵੇਂ ਕੋਈ ਕਿੱਡਾ ਵੱਡਾ ਵੀ ਬਾਦਸ਼ਾਹ ਹੈ, ਤਿੰਨਾਂ ਲੋਕਾਂ ਦਾ ਰਾਜਾ ਕਿਉਂ ਨਾ ਬਣ ਜਾਏ,
फिर साहिबां ने आख्या करोड़ां इशनान करके उन्हां इशनानां ते हाथी वर्गे जानवर कोई दान भी क्यों ना करदा रहे। कोई बड़े वड्डे वड्डे स्वंबर रचन वाला उन्हां स्वंबरां नूं विचों वर के औरतां नूं लैके जाण वाले वड्डे वड्डे राजे, भावें इंद्र है, विष्णु है, महेश है, शिव है, ये ना समझ लिओ कि इन्ने वड्डे ने ते मौत तो बच जाणगे नहीं। अंत फसै जम फास परैंगे, अंत नूं अखीर नूं इन्हां दे गल दे अंदर भी जमां दी फाही पएगी, इन्हां नूं भी मौत आएगी ही आएगी, मौत पक्की आएगी इन्हां नूं। अंत फसै जम फास परैंगे, पर बाबे ने बचन बड़े कमाल दे कह दिते ने अखीर ते, कहते ये ना समझियो। हाँ उत्थे समझाया कि जे इन्हां नूं जम लैके जाणगे, इन्हां नूं मौत आएगी, तो समझ लै फिर सानू ते तुहानू भी आएगी। कहते गल समझ लो, मौत तो बचिया नहीं जा सकता। हाँ मौत तो बचिया नहीं जा सकता, पर जेड़े इंसान उस परमात्मा की बंदगी करनगे ना, जे नर जेड़े इंसान श्रीपत वाहिगुरु परमात्मा के प्रस परसने पहैं पग चरण, जेड़े उहदे चरनां नूं परसणगे ना, जेड़े उहदे चरनां दे नाल जुड़नगे, जेड़ी उहदी बंदगी करनगे, शब्द नाल एकमिक हो जाणगे, ते सच्चे पातशाह ने आख्या फिर समझ लो ते नर फेर ना देह तरैंगे। वो इंसान दोबारा इस संसार ते देह नहीं धरनगे, उन्हां दा जिहड़ा जन्म ते मरण दा दुख जिहड़ा है ना कटिया जाएगा हमेशा लई। वो फिर लोग वो जीव उस परमात्मा दे नाल एक मिक हो जाणगे, कोई फर्क कोई अंतर जिहड़ा उन्हां दा नहीं रहेगा। पर किन्हां दा? जिहड़े उस परमात्मा दे चरनां नाल जुड़दे ने। ते जे वड्डियां दी गल समझीए ते वड्डे ते ब्रह्मा विष्णु महेश वर्गे नहीं रहे जां नहीं रहने। गुरु गोबिंद सिंह ने तो इत्थों तक भी अपने बचना अपनी बाणी विच आख्या, किन्ने ब्रह्मा आए महेश आए फिर गए फिर आए। वो परमात्मा पलां दे अंदर नाश करदा है, फिर इन्हां नूं बनाउंदा है, फिर इन्हां दा खात्मा करदा है। ये सच्चाई है कि जाना एक दिन सब नूं पएगा, पर जिहड़े परमात्मा नाल जुड़ गए, जिन्हां ने उस परमात्मा दे चरनां दे नाल अपनी प्रीत पा लई, साची प्रीत हम तुम स्यों जोरी, जिन्ने जोड़ लई प्रीत परमात्मा नाल, ते नर फेर ना देह धरेंगे। वो कदे दोबारा देह नहीं धरनगे। उन्हां दा जन्म ते मरण दा दुख जिहड़ा खत्म हो जाएगा। असलीयत है गुरु नानक जिन सुनिया पेखिया से फिर गर्भास ना भरिया रे। वो भी जन्म मरण तो खत्म है ना, गर्भ विच नहीं आया, जन्म ही नहीं दोबारा लिया। जिहड़ा गुरु नाल जुड़ गया। सो इन्नियां को बेनतियां प्रवान, समा समाप्त है, क्योंकि समा तो अपनी चाल नाल दौड़दा जा रहा है। 2 सवैये होर बाकी ने। सतगुरु रहमत करके अपनी विचार आप करवा लैन। सवाजेनियां को बेनतियां प्रवान होइयां, बेअंत भुल्लां दी खिमा करो गुरफतेह दी सांझ। वाहिगुरु जी का खालसा, वाहिगुरु जी की फतेह।